ਇਹ ਭੈਣ ਉਹ ਹੈਗੇ ਨੇ ਜਿਹੜੇ ਜਦੋਂ ਐਮਪੀ ਦੀਆਂ ਚੋਣਾਂ ਸੀਗੀਆਂ ਤਾਂ ਮਾਨ ਸਾਹਿਬ ਦੇ ਪੈਰਾਂ ਦੇ ਵਿੱਚ ਚੁੰਨੀ ਰੱਖਦੀ ਸੀ ਇਸ ਭੈਣ ਨੇ। ਸਹੀ ਕਿਹਾ ਜੀ ਮੈਂ? ਹਾਂਜੀ, ਮਤਲਬ ਕਿ ਅਸੀਂ ਇੰਨੇ ਕੁ ਦੁਖੀ ਹੋਏ ਪਏ ਆ ਪ੍ਰੋਟੈਸਟ ਕਰ ਕਰਕੇ, ਧਰਨੇ ਲਾ ਲਾ ਕੇ, ਮਰਨ ਵਰਤ ਰੱਖ ਰੱਖ ਕੇ, ਕਿ ਅਸੀਂ ਇੰਨੇ ਕੁ ਦੁਖੀ ਹੋਏ ਪਏ ਵੀ ਹੁਣ ਸਾਡੇ ਕੋਲ ਕੋਈ ਚਾਰਾ ਨਹੀਂ ਰਿਹਾ। ਮੈਂ ਇੰਨਾ ਅੱਕ ਗਈ ਕਿ ਉੱਥੇ ਜਾ ਕੇ ਸੀਐਮ ਸਾਹਿਬ ਦੇ ਪੈਰਾਂ ਤੱਕ ਆਪਣਾ ਦੁਪੱਟਾ ਤੱਕ ਲਾ ਕੇ, ਚੁੰਨੀ ਤੱਕ ਲਾ ਕੇ ਰੱਖਤੀ ਕਿ ਸਾਡਾ ਹੱਲ ਕੀਤਾ ਜਾਵੇ, ਤੇ ਅਸੀਂ ਭੀਖ ਮੰਗੀ। ਉਹ ਇਹ ਕਹਿੰਦੇ ਨੇ, ਦਲੀਲ ਇਹ ਦਿੱਤੀ ਜਾ ਰਹੀ ਹੈ ਵੀ ਇਹ ਕਰੀਏ ਆਪਾਂ ਤਾਂ ਕਰੀਏ ਕੀ। ਉਹ ਕਹਿੰਦੇ ਵੀ ਅਸੀਂ ਤਾਂ ਸੋਚਿਆ ਸੀ ਵੀ ਚੱਲ ਇਹ ਜਾਣਬੁੱਝ ਕੇ ਕਰ ਰਹੀਆਂ, ਪਰ ਕਹਿੰਦੇ ਇਹ ਕੰਡੇ ਇੱਥੋਂ ਤੱਕ ਬੀਜ ਗਏ ਵੀ ਜੇ ਕੋਈ ਸਰਕਾਰ ਅਗਾਂਹ ਨੂੰ ਆਮ ਆਦਮੀ ਪਾਰਟੀ ਦੀ ਵੀ ਆ ਗਈ ਉਹ ਕੰਮ ਨਾ ਕਰ ਸਕੇ। ਇਸ ਤਰ੍ਹਾਂ ਦੇ ਮੈਮੋਰੈਂਡਮ ਤਿਆਰ ਕਰ ਲਏ ਗਏ, ਇਸ ਤਰ੍ਹਾਂ ਦੇ ਕਾਗਜ਼ੀ ਕਾਰਵਾਈਆਂ ਕੀਤੀਆਂ ਗਈਆਂ। ਕਹਿੰਦੇ ਸੀਐਮ ਤੱਕ ਕੋਲ ਪਾਵਰ ਨਹੀਂ ਹੈਗੀ ਵੀ ਤੁਹਾਨੂੰ ਨੌਕਰੀ ਤੇ ਬਹਾਲ ਕਰ ਸਕੇ। ਜੇ ਹੁੰਦੀ ਕਹਿੰਦੇ ਸਭ ਤੋਂ ਪਹਿਲਾਂ ਹਰਾ ਪੈਨ ਤੁਹਾਡੇ ਲਈ ਚੱਲਦਾ। ਸੀਐਮ ਕੋਲੇ ਪਾਵਰ ਹੈ ਨਹੀਂ ਤੇ ਪਾਵਰ ਹੈ ਕਿਹਦੇ ਕੋਲੇ? ਸਾਨੂੰ ਉਹ ਦੱਸ ਦੇਣ, ਅਸੀਂ ਉਹਦੇ ਕੋਲ ਜਾ ਕੇ ਹੱਕ ਲੈ ਲਾਂਗੇ। ਤੁਸੀਂ ਕਹਿੰਦੇ ਵੀ ਮੀਟਿੰਗ ਹੋਈ ਆ, ਤੁਸੀਂ ਚੁੰਨੀ ਰੱਖੀ, ਪਰ ਕੀ ਕੋਈ ਰਵੱਈਏ ਦੇ ਵਿੱਚ ਫਰਕ ਲੱਗਿਆ ਉਹ ਪਹਿਲੀਆਂ ਸਰਕਾਰਾਂ ਜਾਂ ਹੁਣ ਦੇ ਮੁੱਖ ਮੰਤਰੀ ਦੇ ਵਿੱਚ ਮੀਟਿੰਗ ਕਰਨ ਦਾ ਤੌਰ ਤਰੀਕਾ? ਨਾ ਜੀ, ਕੋਈ ਜਮਾਂ ਹੀ ਨਹੀਂ। ਕਹਿ ਦਿੰਦੇ ਆ ਨਾ ਕਿ ਕੁਰਸੀ ਹੋਈ ਆ, ਸਿਰਫ ਫੇਸ ਹੀ ਬਦਲਿਆ। ਸਾਰੇ ਰੂਲ ਰੈਗੂਲੇਸ਼ਨ ਇਹਨਾਂ ਦੇ ਸਾਰੀਆਂ ਸਰਕਾਰਾਂ ਦੇ ਇੱਕੋ ਹੀ ਆ। 3 ਮਹੀਨੇ ਹੋ ਗਏ ਸਾਡੇ ਤੱਕ, ਇੱਥੋਂ ਤੱਕ ਕਿ ਨਰਿੰਦਰ ਭਰਾਜ ਸੰਗਰੂਰ ਦੇ ਐਮਐਲਏ ਇੱਥੋਂ ਤਾਂ ਉਹ ਵੀ ਨਹੀਂ ਆਏ, ਤੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਕਹਿੰਦੇ ਮੈਂ ਪੁਲਿਸ ਮੁਲਾਜ਼ਮਾਂ ਦੇ ਧਰਨੇ ਤੇ ਤਾਂ ਨਹੀਂ ਆਂਦੀ ਕਿਤੇ ਮੈਨੂੰ ਹੱਥ ਨਾ ਪਾ ਲੈਣ। ਦੇਖੋ ਜੀ, ਅਸੀਂ ਇੰਨੇ ਮਾੜੇ ਬੈਠੇ ਆ ਕਿ ਵੀ ਉਹਨਾਂ ਨੂੰ ਅਸੀਂ ਹੱਥ ਪਾਵਾਂਗੇ ਅਸੀਂ ਉਹਨਾਂ ਨੂੰ। ਹਾਂਜੀ, ਉਹਨਾਂ ਇਹ ਕਿਹਾ ਸੀ ਕਿ 6 ਮਹੀਨਿਆਂ ਤੱਕ ਮੇਰੇ ਕੋਲ ਕੋਈ ਟਾਈਮ ਨਹੀਂ, ਮੈਂ ਕਿਸੇ ਧਰਨੇ ਤੇ ਨਹੀਂ ਜਾਊਂਗੀ। ਕੀ ਬਿਜ਼ੀ ਆ ਕਿਸੇ ਕੰਮ ਦੇ ਵਿੱਚੋਂ? ਨਹੀਂ ਸਾਰੇ ਤਾਂ ਹੁਣ ਪਤਾ ਨਹੀਂ, ਉਹਨਾਂ ਇਹ ਕਿਹਾ ਸੀ ਸਾਨੂੰ। ਏਸੀਆਂ 'ਚ ਰਹਿਣ ਲੱਗੇ, ਹੁਣ ਥੋੜੀ ਨਾ ਆਉਂਦੇ ਆ। ਤੇ ਪਹਿਲਾਂ ਵੋਟਾਂ ਲੈਣੀਆਂ ਸੀਗੀਆਂ, ਪਹਿਲਾਂ ਤਾਂ ਫਿਰ ਆਉਂਦੇ ਸੀ, ਸਕੂਟਰੀਆਂ ਤੇ ਤੁਰੇ ਫਿਰਦੇ ਸੀ, ਲੋਕਾਂ ਦੇ ਘਰਾਂ 'ਚ ਜਾਂਦੇ ਸੀ, ਧਰਨਿਆਂ ਤੇ ਆ ਕੇ ਬੈਠਦੇ ਸੀਗੇ ਤੇ ਸਾਰਿਆਂ ਦੇ ਮਸਲੇ ਸੁਣਦੇ ਸੀਗੇ। ਹੁਣ ਫਿਰ ਉਹ ਏਸੀਆਂ ਵਾਲੇ ਹੋ ਗਏ, ਹੁਣ ਥੋੜੀ ਨਾ ਆਉਂਦੇ ਆ ਧਰਨਿਆਂ ਤੇ। ਜਨਤਾ ਮਰੀ ਜਾਂਦੀ, ਮਰੀ ਜਾਣ, ਇਹਨਾਂ ਨੂੰ ਕੀ, ਇਹਨਾਂ ਨੂੰ ਏਸੀ ਮਿਲ ਗਏ, ਗੱਡੀਆਂ ਮਿਲ ਗਈਆਂ, ਹੁਣ ਥੋੜੀ ਨਾ ਆਉਂਦੇ ਆ। ਪਿੰਡਾਂ ਵਿੱਚ ਇਹਨਾਂ ਨੇ ਸਾਡੀ ਇੰਨੀ ਕੁ ਬਦਨਾਮੀ ਕਰ ਰੱਖੀ ਆ, ਤੇ ਇੱਕ ਦਿਨ 'ਚ ਮੇਰੇ ਘਰੇ 3 ਵਾਰੀ ਪੁਲਿਸ ਮੁਲਾਜ਼ਮ ਗਏ ਆ ਕਿ ਆਪਦੀ ਕੁੜੀ ਨੂੰ ਧਰਨੇ ਤੋਂ ਬੁਲਾਓ। ਨਰਿੰਦਰ ਭਰਾਜ ਜੀ, ਇਹ ਤੁਹਾਡੇ ਹਲਕੇ ਦੇ ਵਿੱਚ ਆਏ ਹੋਏ ਨੇ, ਇਹਨਾਂ ਨੂੰ ਚਾਹ ਪਾਣੀ ਦਾ ਹੀ ਕੋਈ ਪ੍ਰਬੰਧ ਕਰ ਦਿਓ। ਕੋਈ ਕੀਤਾ ਹੋਇਆ ਵੈਸੇ? ਨਾ ਜੀ, ਕੋਈ ਪ੍ਰਬੰਧ ਨਹੀਂ। ਤੇ ਅਸੀਂ ਗੁਰਦੁਆਰੇ ਰੋਟੀ ਖਾਂਦੇ ਆ, ਤੇ ਕਈ ਵਾਰ ਆਪਦੇ ਕੋਲੋਂ ਜਿਵੇਂ ਵੀ ਐਡਜਸਟਮੈਂਟ ਹੁੰਦੀ ਆ, ਕਿੰਨੀ ਵੀ ਮੁਸ਼ਕਲ ਆਉਂਦੀ ਆ, ਅਸੀਂ ਖੁਦ ਕਰਦੇ ਆ। ਇੱਥੋਂ ਤੱਕ ਕਿ ਅਸੀਂ ਉੱਥੇ ਪੈਂਦੇ ਆ ਨਾ, ਸਾਡੇ ਉੱਤੋਂ ਦੀ ਸੱਪ ਵੀ 2 ਵਾਰੀ ਲੰਘ ਗਿਆ। ਸ਼ਾਹੀ ਘਰਾਣਿਆਂ ਦੇ ਨਾਲ ਜੁੜੇ ਹੋਏ ਲੋਕਾਂ ਦੇ ਕੋਲ ਸਰਦਾਰੀਆਂ ਰਹੀਆਂ, ਕੁਰਸੀਆਂ ਰਹੀਆਂ, ਮੁੱਖ ਮੰਤਰੀ ਰਹੇ, ਜਿਸ ਕਰਕੇ ਆਮ ਲੋਕਾਂ ਦੇ ਨਾਲ ਲੁੱਟ ਖਸੁੱਟ ਹੁੰਦੀ ਰਹੀ। ਆਮ ਲੋਕਾਂ ਨੂੰ ਕੁਝ ਸਮਝਿਆ ਹੀ ਨਹੀਂ ਗਿਆ। ਫਿਰ ਇੱਕ ਪਾਰਟੀ ਆਉਂਦੀ ਹੈ, ਆਮ ਆਦਮੀ ਪਾਰਟੀ। ਆਮ ਲੋਕਾਂ ਦੀ ਸਰਕਾਰ ਬਣਾਉਣ ਦੀਆਂ ਅਪੀਲਾਂ, ਬੇਨਤੀਆਂ ਲੋਕਾਂ ਨੂੰ ਕੀਤੀਆਂ ਜਾਂਦੀਆਂ ਵੀ ਜੇ ਤੁਸੀਂ ਸੁਖੀ ਵਸਣਾ ਤਾਂ ਕਿਰਪਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ। ਲੋਕਾਂ ਨੂੰ ਲੱਗਾ ਵੀ ਯਾਰ ਇਹ ਤਾਂ 2 ਪਾਰਟੀਆਂ ਲਗਾਤਾਰ ਸਾਡੀ ਲੁੱਟ ਖਸੁੱਟ ਕਰ ਰਹੀਆਂ ਨੇ, ਵੀ ਇਹਨਾਂ ਨੂੰ ਜ਼ਰੂਰ ਹੁਣ ਓਕੇ ਓਕੇ ਬਾਏ ਬਾਏ ਟਾਟਾ ਟਾਟਾ ਕਹਿਣਾ ਚਾਹੀਦਾ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਲਈ ਗਈ। ਉਮੀਦਾਂ ਸੀ, ਕਿਉਂਕਿ ਗੱਲਾਂ ਇਹੀ ਕਹਿੰਦੇ ਰਹੇ ਹਰੇਕ ਵਿਧਾਇਕ ਜਿਹੜੇ ਬਣੇ ਨੇ ਹੁਣ ਉਮੀਦਵਾਰ ਜਦੋਂ ਸੀਗੇ ਉਹ, ਵੀ ਧਰਨਾ ਨਹੀਂ ਲੱਗਣ ਦਿੱਤਾ ਜਾਊਗਾ, ਨੌਜਵਾਨਾਂ ਦਾ ਪਹਿਲ ਦੇ ਆਧਾਰ ਤੇ ਬੇਰੁਜ਼ਗਾਰੀ ਦਾ ਹੱਲ ਕੀਤਾ ਜਾਊਗਾ ਸਭ ਤੋਂ ਪਹਿਲਾਂ। ਫਿਰ 1000 ਰੁਪਏ ਦੀ ਗੱਲ ਔਰਤਾਂ ਨੂੰ ਆ ਗਈ, ਫਿਰ ਬਿਜਲੀ, ਹੋਰ ਗੱਲਾਂ ਆ ਗਈਆਂ, ਤੁਹਾਨੂੰ ਪਤਾ ਹੀ ਹੈ। ਪਰ ਸਰਕਾਰ ਤਾਂ ਆ ਗਈ, ਧਰਨੇ ਨਹੀਂ ਹਟੇ, ਧਰਨੇ ਲਗਾਤਾਰ ਜਾਰੀ ਨੇ। ਸੋ ਉਸੇ ਤਰ੍ਹਾਂ ਬੈਨਰ ਫੜਿਆ, ਕੀ ਕਰੀਏ ਮਜਬੂਰੀ ਏ, ਧੱਕਾ ਖਾਣ ਨੂੰ ਕਿਹਦਾ ਜੀ ਕਰਦਾ, ਨਾ ਚੋਰ ਹਾਂ ਨਾ ਚੌਂਕੀਦਾਰ, ਮੈਂ ਤਾਂ ਹਾਂ ਬਸ ਬੇਰੁਜ਼ਗਾਰ। ਇਸ ਤਰ੍ਹਾਂ ਦੇ ਬਹੁਤ ਸਾਰੇ ਬੈਨਰ ਨੇ ਜਿਹੜੇ ਇਹਨਾਂ ਦੇ ਵੱਲੋਂ ਹੱਥਾਂ ਦੇ ਵਿੱਚ ਫੜੇ ਗਏ ਨੇ। ਸੋ ਗੱਲਬਾਤ ਕਰਦੇ ਹਾਂ। ਇਹ ਭੈਣ ਉਹ ਹੈਗੇ ਨੇ ਜਿਹੜੇ ਜਦੋਂ ਐਮਪੀ ਦੀਆਂ ਚੋਣਾਂ ਸੀਗੀਆਂ ਤਾਂ ਮਾਨ ਸਾਹਿਬ ਦੇ ਪੈਰਾਂ ਦੇ ਵਿੱਚ ਚੁੰਨੀ ਰੱਖਦੀ ਸੀ ਇਸ ਭੈਣ ਨੇ। ਸਹੀ ਕਿਹਾ ਜੀ ਮੈਂ? ਹਾਂਜੀ, ਜਦੋਂ 17 ਤਰੀਕ ਨੂੰ ਲਾਸਟ ਟਾਈਮ ਮੀਟਿੰਗ ਹੋਈ ਸੀ, 17 ਜੂਨ ਨੂੰ, ਤੇ ਸੀਐਮ ਸਾਹਿਬ ਨਾਲ ਮੀਟਿੰਗ ਸੀ। ਮੈਂ ਖੁਦ ਅੰਦਰ ਗਈ ਸੀ ਤੇ ਨਾਲ 2 ਸਾਡੇ ਕੈਂਡੀਡੇਟ ਗਏ ਸੀ, ਅਸੀਂ 3 ਜਣੇ ਅੰਦਰ ਗਏ ਸੀਗੇ। ਤੇ ਸੀਐਮ ਸਾਹਿਬ ਨੇ ਵੈਸੇ ਤਾਂ ਸਾਨੂੰ ਬਿਠਾਇਆ, ਗੱਲਬਾਤ ਸੁਣੀ, ਪੂਰੀ ਗੱਲਬਾਤ ਸੁਣੀ। ਮਤਲਬ ਕਿ ਅਸੀਂ ਇੰਨੇ ਕੁ ਦੁਖੀ ਹੋਏ ਪਏ ਆ ਪ੍ਰੋਟੈਸਟ ਕਰ ਕਰਕੇ, ਧਰਨੇ ਲਾ ਲਾ ਕੇ, ਮਰਨ ਵਰਤ ਰੱਖ ਰੱਖ ਕੇ, ਕਿ ਅਸੀਂ ਇੰਨੇ ਕੁ ਦੁਖੀ ਹੋਏ ਪਏ ਵੀ ਹੁਣ ਸਾਡੇ ਕੋਲ ਕੋਈ ਚਾਰਾ ਨਹੀਂ ਰਿਹਾ। ਮੈਂ ਇੰਨਾ ਅੱਕ ਗਈ ਕਿ ਉੱਥੇ ਜਾ ਕੇ ਸੀਐਮ ਸਾਹਿਬ ਦੇ ਪੈਰਾਂ ਤੱਕ ਆਪਣਾ ਦੁਪੱਟਾ ਤੱਕ ਲਾ ਕੇ, ਚੁੰਨੀ ਤੱਕ ਲਾ ਕੇ ਰੱਖਤੀ ਕਿ ਸਾਡਾ ਹੱਲ ਕੀਤਾ ਜਾਵੇ, ਤੇ ਅਸੀਂ ਭੀਖ ਮੰਗੀ। ਤੇ ਉਹਨਾਂ ਨੇ ਉਸ ਟਾਈਮ ਦਾ ਕਿਹਾ ਸੀ ਕਿ ਤੂੰ ਮੇਰੀਆਂ ਧੀਆਂ ਭੈਣਾਂ ਵਰਗੀਆਂ, ਐਵੇਂ ਨਹੀਂ ਕਰਨਾ, ਮੈਂ ਤੁਹਾਡਾ ਹੱਲ ਕਰਦਾ। ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਕੁਝ ਨੋਟ ਕੀਤਾ, ਸਾਡੇ ਤੋਂ ਸਾਰਾ ਕੁਝ ਜੋ ਵੀ ਪ੍ਰੋਸੈਸ ਸੀ ਪੁੱਛ ਕੇ, ਕਹਿੰਦੇ ਮੈਂ ਡੀਜੀਪੀ ਨੂੰ ਫੋਨ ਕਰਦਾ, ਕਹਿੰਦੇ ਕਿ ਤੁਹਾਨੂੰ ਕਾਲ ਆ ਜੂਗੀ, ਸਾਰਾ ਕੁਝ ਨੋਟ ਕਰਕੇ ਲੈ ਗਏ। ਉਸ ਗੱਲ ਨੂੰ ਵੀ ਅੱਜ 1.5 ਮਹੀਨਾ ਹੋ ਗਿਆ ਜੀ, ਹਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ। ਪਰ ਉਹ ਇਹ ਕਹਿੰਦੇ ਨੇ, ਦਲੀਲ ਇਹ ਦਿੱਤੀ ਜਾ ਰਹੀ ਹੈ ਵੀ ਇਹ ਕਰੀਏ ਆਪਾਂ ਤਾਂ ਕਰੀਏ ਕੀ। ਉਹ ਕਹਿੰਦੇ ਵੀ
ਅਸੀਂ ਤਾਂ ਸੋਚਿਆ ਸੀ ਵੀ ਚੱਲ ਇਹ ਜਾਣਬੁੱਝ ਕੇ ਕਰ ਰਹੀਆਂ, ਪਰ ਕਹਿੰਦੇ ਇਹ ਕੰਡੇ ਇੱਥੋਂ ਤੱਕ ਬੀਜ ਗਏ ਵੀ ਜੇ ਕੋਈ ਸਰਕਾਰ ਅਗਾਂਹ ਨੂੰ ਆਮ ਆਦਮੀ ਪਾਰਟੀ ਦੀ ਵੀ ਆ ਗਈ ਉਹ ਕੰਮ ਨਾ ਕਰ ਸਕੇ। ਇਸ ਤਰ੍ਹਾਂ ਦੇ ਮੈਮੋਰੈਂਡਮ ਤਿਆਰ ਕਰ ਲਏ ਗਏ, ਇਸ ਤਰ੍ਹਾਂ ਦੇ ਕਾਗਜ਼ੀ ਕਾਰਵਾਈਆਂ ਕੀਤੀਆਂ ਗਈਆਂ। ਕਹਿੰਦੇ ਸੀਐਮ ਤੱਕ ਕੋਲ ਪਾਵਰ ਨਹੀਂ ਹੈਗੀ ਵੀ ਤੁਹਾਨੂੰ ਨੌਕਰੀ ਤੇ ਬਹਾਲ ਕਰ ਸਕੇ। ਜੇ ਹੁੰਦੀ ਕਹਿੰਦੇ ਸਭ ਤੋਂ ਪਹਿਲਾਂ ਹਰਾ ਪੈਨ ਤੁਹਾਡੇ ਲਈ ਚੱਲਦਾ। ਦੇਖੋ ਜੀ, ਜੇ ਸੀਐਮ ਕੋਲੇ ਪਾਵਰ ਹੈ ਨਹੀਂ ਤੇ ਪਾਵਰ ਹੈ ਕਿਹਦੇ ਕੋਲੇ? ਸਾਨੂੰ ਉਹ ਦੱਸ ਦੇਣਾ, ਅਸੀਂ ਉਹਦੇ ਕੋਲ ਜਾ ਕੇ ਹੱਕ ਲੈ ਲਾਂਗੇ। ਸੀਐਮ ਸਾਰੇ ਪੰਜਾਬ ਨੇ ਸੀਐਮ ਬਣਾਇਆ, 92 ਐਮਐਲਏ ਬਣੇ ਹੋਏ ਆ, ਕਿੰਨੀ ਵੱਡੀ ਜਿੱਤ ਹੋਈ ਹੈ ਇਹਨਾਂ ਦੀ, ਤੇ ਫਿਰ ਵੀ ਇਹ ਕਹਿ ਰਹੇ ਆ ਕਿ ਸੀਐਮ ਕੋਲੇ ਪਾਵਰ ਹੈ ਨਹੀਂ। ਪਾਵਰ ਡਿਪਾਰਟਮੈਂਟ ਸਾਨੂੰ ਕਹਿ ਰਿਹਾ ਕਿ ਸੀਐਮ ਕਹਿ ਦੇ ਅਸੀਂ 1 ਮਿੰਟ 'ਚ ਤੁਹਾਡਾ ਹੱਲ ਕਰ ਦਾਂਗੇ, ਤੇ ਸੀਐਮ ਕਹਿ ਰਿਹਾ ਕਿ ਮੈਂ ਡਿਪਾਰਟਮੈਂਟ ਨੂੰ ਕਹਿ ਰਿਹਾ। ਜਦੋਂ ਸੀਐਮ ਕਹਿ ਦਿੰਦੇ ਡਿਪਾਰਟਮੈਂਟ ਕਹਿ ਰਿਹਾ, ਸਾਨੂੰ ਤਾਂ ਸੀਐਮ ਵੱਲੋਂ ਕੋਈ ਮਤਲਬ ਕਿ ਰਿਸਪੌਂਸ ਨਹੀਂ ਆਇਆ ਕਿ ਅਸੀਂ ਤੁਹਾਡਾ ਹੱਲ ਕਰੀਏ, ਤੇ ਇਸੇ ਕਰਕੇ ਸਾਡਾ ਮੁੱਦਾ ਹੀ ਦੱਬਿਆ ਜਾਂਦਾ। ਤੇ ਡਿਪਾਰਟਮੈਂਟ ਅਸੀਂ 6 ਸਾਲਾਂ ਤੋਂ ਧੱਕੇ ਖਾ ਰਹੇ ਹਾਂ। ਡਿਪਾਰਟਮੈਂਟ ਕਹਿ ਰਿਹਾ ਕਿ ਹੁਣ ਲਾਰੇ ਲਾ ਕੇ 6 ਸਾਲਾਂ ਤੋਂ ਸਾਨੂੰ ਪਿਛਲੇ ਲਾਰੇ ਲਾ ਰਹੇ ਆ, ਤੇ ਹੁਣ ਸਾਨੂੰ ਇੱਕਦਮ ਕਹਿ ਦਿੱਤਾ ਜਾਂਦਾ ਕਿ ਤੁਹਾਡੀ ਤਾਂ ਭਰਤੀ ਕਲੋਜ਼ ਕਰ ਦਿੱਤੀ ਗਈ, ਸਾਡੇ ਕੋਲ ਸੀਟਾਂ ਹੀ ਹੈ ਨਹੀਂ, ਵੈਕੈਂਸੀ ਹੈ ਨਹੀਂ ਗੀ। ਤੇ ਸਾਨੂੰ ਲਾਰੇ ਕਿਉਂ ਲਾਏ? 6 ਸਾਲ ਹੋ ਗਏ। ਜੇ ਸੀਐਮ ਸਾਹਿਬ ਵੀ ਸਾਨੂੰ 3 ਮਹੀਨੇ ਪਹਿਲਾਂ ਕਹਿੰਦੇ ਕਿ ਮੇਰੇ ਕੋਲ ਤੁਹਾਡਾ ਕੋਈ ਹੱਲ ਹੈ ਨਹੀਂਗਾ ਤੇ ਤੁਸੀਂ ਆਪਣਾ ਹੋਰ ਕੰਮ ਕਰ ਤੋਰ ਲਓ, ਤੇ ਅਸੀਂ ਚੁੱਪ ਕਰਕੇ ਚਲੇ ਜਾਂਦੇ। ਤੇ ਸਾਨੂੰ ਸੀਐਮ ਸਾਹਿਬ ਵੀ ਪਿਛਲੇ 3 ਮਹੀਨਿਆਂ ਤੋਂ ਸੰਗਰੂਰ ਵਿੱਚ ਲਾਰਾ ਲਾ ਰਹੇ ਆ ਕਿ ਕੋਈ ਗੱਲ ਨਹੀਂ। 2 ਮੀਟਿੰਗਾਂ ਸੀਐਮ ਸਾਹਿਬ ਨਾਲ ਹੋ ਗਈਆਂ। ਪਹਿਲੀ ਵਾਰ ਹੋਈ, ਕਹਿੰਦੇ 1 ਮਹੀਨੇ ਦਾ ਟਾਈਮ ਦੇ ਦਿਓ ਮੈਨੂੰ, ਕਹਿੰਦੇ ਧਰਨਾ ਚੱਕ ਲਓ, ਕੋਈ ਗੱਲ ਨਹੀਂ ਤੁਹਾਡਾ ਹੱਲ ਕੀਤਾ ਜਾਊਗਾ। ਅਸੀਂ 1 ਮਹੀਨੇ ਵੇਟ ਕੀਤੀ, ਅਸੀਂ ਸਾਰੇ ਘਰੇ ਚਲੇ ਗਏ ਆਪਣਾ ਪ੍ਰੋਟੈਸਟ ਸਾਰਾ ਖਤਮ ਕਰਕੇ। ਉਸ ਤੋਂ ਬਾਅਦ ਅਸੀਂ 1.5 ਮਹੀਨੇ ਬਾਅਦ ਫਿਰ ਆ ਕੇ ਬੈਠੇ ਵੇਟ ਕਰਕੇ। ਉਸ ਤੋਂ ਬਾਅਦ ਫਿਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਲਾਸਟ ਟਾਈਮ 1 ਜੂਨ ਨੂੰ ਪਿਛਲੀ ਵਾਰ ਅਸੀਂ ਟੈਂਕੀ ਤੇ ਚੜ੍ਹ ਗਈਆਂ 7 ਕੁੜੀਆਂ। ਉਸ ਜਦੋਂ ਟੈਂਕੀ ਤੇ ਅਸੀਂ ਚੜ੍ਹੀਆਂ ਤੇ 3 ਦਿਨ ਅਸੀਂ ਉੱਪਰ ਟੈਂਕੀ ਤੇ ਇੰਨੀ ਗਰਮੀ 'ਚ ਬੜੀ ਮੁਸ਼ਕਲ ਨਾਲ ਅਸੀਂ ਉੱਪਰ ਰਹੀਆਂ ਟੈਂਕੀ ਦੇ ਉੱਪਰ। ਤੇ ਉਸ ਤੋਂ ਬਾਅਦ ਐਮਪੀ ਦੇ ਇਲੈਕਸ਼ਨ ਸੀ 23 ਤਰੀਕ ਨੂੰ, ਤੇ ਆਈਪੀਐਸ ਮੈਡਮ ਆਏ, ਕਹਿੰਦੇ ਕਿ ਸਾਨੂੰ ਕਿਹਾ ਗਿਆ ਕਿ ਸੀਐਮ ਸਾਹਿਬ ਨੇ ਮੈਨੂੰ ਸਪੈਸ਼ਲ ਭੇਜਿਆ ਕਿ ਬੱਚਿਆਂ ਨੂੰ ਟੈਂਕੀ ਤੋਂ ਉਤਾਰੋ, ਕੈਂਡੀਡੇਟਾਂ ਨੂੰ ਪੁੱਛੋ ਕਿ ਉਹਨਾਂ ਦੀ ਡਿਮਾਂਡ ਕੀ ਹੈ। ਅਸੀਂ ਇਹੀ ਕਿਹਾ ਗਿਆ ਕਿ ਸਾਨੂੰ ਜੁਆਇਨਿੰਗ ਕਰਵਾਈ ਜਾਵੇ। ਤੇ ਉਸ ਤੋਂ ਬਾਅਦ ਆਈਪੀਐਸ ਮੈਡਮ ਨੇ ਸਾਨੂੰ ਇਹ ਭਰੋਸਾ ਦਿਵਾ ਕੇ ਥੱਲੇ ਉਤਾਰਿਆ ਗਿਆ, ਕਹਿੰਦੇ ਕਿ ਮੈਂ 15 ਮੈਂ ਕਿਤੇ ਨਾ ਕਿਤੇ ਤੁਹਾਡੀ ਐਡਜਸਟਮੈਂਟ ਜ਼ਰੂਰ ਕਰੂੰਗੀ ਤੇ ਲਿਸਟਾਂ ਲੈ ਕੇ ਪਹੁੰਚ ਜਿਓ। ਜਦੋਂ ਅਸੀਂ 2 ਦਿਨ ਬਾਅਦ ਉਸ ਸ਼ਾਇਦ ਉਸ ਦਿਨ ਫਰਾਈਡੇ ਸੀਗਾ ਤੇ ਸਾਨੂੰ ਮੰਡੇ ਨੂੰ ਬੁਲਾਇਆ ਸੀ, 3 ਦਿਨ ਬਾਅਦ ਅਸੀਂ ਪਹੁੰਚੇ, ਲਿਸਟਾਂ ਲੈ ਕੇ ਰੱਖ ਲਈਆਂ ਗਈਆਂ। ਕਹਿੰਦੇ ਪੂਰਾ ਵਿਸ਼ਵਾਸ ਦਿਵਾਇਆ ਕਿ ਕੋਈ ਗੱਲ ਨਹੀਂ ਤੁਹਾਡਾ ਹੱਲ ਕੀਤਾ ਜਾਊਗਾ, ਪਰ ਪੌਣੇ 2 ਮਹੀਨੇ ਹੋ ਗਏ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ। ਤੇ ਕਾਫੀ ਦੇਰ ਤੋਂ ਜਿਹੜਾ ਸੰਘਰਸ਼ ਤੁਹਾਡਾ ਜਾਰੀ ਹੈ, ਪਰ ਤੁਸੀਂ ਕਹਿੰਦੇ ਵੀ ਮੀਟਿੰਗ ਹੋਈ ਆ, ਤੁਸੀਂ ਚੁੰਨੀ ਰੱਖੀ, ਪਰ ਕੀ ਕੋਈ ਰਵੱਈਏ ਦੇ ਵਿੱਚ ਫਰਕ ਲੱਗਿਆ ਉਹ ਪਹਿਲੀਆਂ ਸਰਕਾਰਾਂ ਜਾਂ ਹੁਣ ਦੇ ਮੁੱਖ ਮੰਤਰੀ ਦੇ ਵਿੱਚ ਮੀਟਿੰਗ ਕਰਨ ਦਾ ਤੌਰ ਤਰੀਕਾ? ਨਾ ਜੀ, ਕੋਈ ਜਮਾਂ ਹੀ ਨਹੀਂ। ਕਹਿ ਦਿੰਦੇ ਆ ਨਾ ਕਿ ਕੁਰਸੀ ਹੋਈ ਆ, ਸਿਰਫ ਫੇਸ ਹੀ ਬਦਲਿਆ, ਸਾਰੇ ਰੂਲ ਰੈਗੂਲੇਸ਼ਨ ਇਹਨਾਂ ਦੇ ਸਾਰੀਆਂ ਸਰਕਾਰਾਂ ਦੇ ਇੱਕੋ ਹੀ ਆ। ਤੇ ਕੋਈ ਐਮਐਲਏ ਜਾਂ ਵਿਧਾਇਕ ਕੋਈ ਇੱਥੇ ਦਾ ਹੀ ਕੋਈ ਲੋਕਲ ਤੁਹਾਨੂੰ ਮਿਲ ਕੇ ਗਿਆ ਕੋਈ, ਜਾਂ ਹਰਪਾਲ ਚੀਮਾ ਜੀ ਹੋ ਗਏ? ਨਾ ਜੀ, 3 ਮਹੀਨੇ ਹੋ ਗਏ ਸਾਡੇ ਤੱਕ। ਇੱਥੋਂ ਤੱਕ ਕਿ ਨਰਿੰਦਰ ਭਰਾਜ ਸੰਗਰੂਰ ਦੇ ਐਮਐਲਏ ਇੱਥੋਂ ਤਾਂ ਉਹ ਵੀ ਨਹੀਂ ਆਏ, ਤੇ ਉਹਨਾਂ ਨੇ ਇਹ ਕਹਿ ਦਿੱਤਾ ਗਿਆ, ਕਹਿੰਦੇ ਮੈਂ ਪੁਲਿਸ ਮੁਲਾਜ਼ਮਾਂ ਦੇ ਧਰਨੇ ਤੇ ਤਾਂ ਨਹੀਂ ਜਾਂਦੀ ਕਿਤੇ ਮੈਨੂੰ ਹੱਥ ਨਾ ਪਾ ਲੈਣ। ਦੇਖੋ ਜੀ, ਅਸੀਂ ਇੰਨੇ ਮਾੜੇ ਬੈਠੇ ਆ ਕਿ ਵੀ ਉਹਨਾਂ ਨੂੰ ਅਸੀਂ ਹੱਥ ਪਾਵਾਂਗੇ, ਅਸੀਂ ਉਹਨਾਂ ਨੂੰ, ਤੇ ਅਸੀਂ ਨਹੀਂ ਬੈਠ ਗਏ। ਇਹ ਤੇ ਪੁਲਿਸ ਜਵਾਨਾਂ ਨੂੰ ਵੀ ਕਰੋ ਇੱਥੋਂ ਕਿਤੇ ਹੋਰ, ਇਹਨਾਂ ਦੀ ਸਿਕਿਉਰਟੀਆਂ 'ਚ ਕਿਉਂ ਲਾਏ ਹੋਏ ਆ ਪੁਲਿਸ ਜਵਾਨ? ਉਹ ਵੀ ਹੱਥ ਪਾ ਸਕਦੇ ਆ। ਹਾਂਜੀ, ਉਹੀ ਤਾਂ ਗੱਲ ਆ। ਤੇ ਇਹਨਾਂ ਦਾ ਮਤਲਬ ਕਿ ਜੋ ਵੀ ਸਾਰਾ ਸਿਸਟਮ ਆ, ਮਤਲਬ ਕਿ ਸਾਰਾ ਬੇਕਾਰ ਸਿਸਟਮ, ਅਸੀਂ ਤਾਂ ਇਹਦੇ ਕਹਿ ਰਹੇ ਆ। ਹਾਂਜੀ, ਨਰਿੰਦਰ ਭਰਾਜ ਮੈਡਮ ਨੇ ਕਿਹਾ ਸੀ ਕਿ 6 ਮਹੀਨਿਆਂ ਤੱਕ ਮੇਰੇ ਕੋਲ ਕੋਈ ਟਾਈਮ ਨਹੀਂ ਕਿਸੇ ਲਈ ਹੈਗਾ ਕਿ ਮੈਂ ਕਿਸੇ ਧਰਨੇ ਤੇ ਨਹੀਂ ਜਾਊਂਗੀ 6 ਮਹੀਨਿਆਂ ਤੱਕ। ਮੈਡਮ ਨੇ ਵੀ ਕਿਹਾ ਸੀ, ਸਾਡੇ ਬੱਚੇ ਗਏ ਸੀ ਉੱਥੇ। ਹਾਂਜੀ, ਉਹਨਾਂ ਇਹ ਕਿਹਾ ਸੀ ਕਿ 6 ਮਹੀਨਿਆਂ ਤੱਕ ਮੇਰੇ ਕੋਲ ਕੋਈ ਟਾਈਮ ਨਹੀਂ, ਮੈਂ ਕਿਸੇ ਧਰਨੇ ਤੇ ਨਹੀਂ ਜਾਊਂਗੀ। ਕੀ ਬਿਜ਼ੀ ਆ ਕਿਸੇ ਕੰਮ ਦੇ ਵਿੱਚੋਂ? ਨਹੀਂ ਸਾਰੇ ਤਾਂ ਹੁਣ ਪਤਾ ਨਹੀਂ, ਉਹਨਾਂ ਇਹ ਕਿਹਾ ਸੀ ਸਾਨੂੰ। ਏਸੀਆਂ 'ਚ ਰਹਿਣ ਲੱਗੇ, ਹੁਣ ਥੋੜੀ ਨਾ ਆਉਂਦੇ ਆ। ਤੇ ਪਹਿਲਾਂ ਵੋਟਾਂ ਲੈਣੀਆਂ ਸੀਗੀਆਂ, ਪਹਿਲਾਂ ਤਾਂ ਫਿਰ ਆਉਂਦੇ ਸੀ, ਸਕੂਟਰੀਆਂ ਤੇ ਤੁਰੇ ਫਿਰਦੇ ਸੀ, ਲੋਕਾਂ ਦੇ ਘਰਾਂ 'ਚ ਜਾਂਦੇ ਸੀ, ਧਰਨਿਆਂ ਤੇ ਆ ਕੇ ਬੈਠਦੇ ਸੀਗੇ ਤੇ ਸਾਰਿਆਂ ਦੇ ਮਸਲੇ ਸੁਣਦੇ ਸੀਗੇ। ਹੁਣ ਫਿਰ ਉਹ ਏਸੀਆਂ ਵਾਲੇ ਹੋ ਗਏ, ਹੁਣ ਥੋੜੀ ਨਾ ਆਉਂਦੇ ਆ ਧਰਨਿਆਂ ਤੇ। ਜਨਤਾ ਮਰੀ ਜਾਂਦੀ, ਮਰੀ ਜਾਣ, ਇਹਨਾਂ ਨੂੰ ਕੀ, ਇਹਨਾਂ ਨੂੰ ਏਸੀ ਮਿਲ ਗਏ, ਗੱਡੀਆਂ ਮਿਲ ਗਈਆਂ, ਹੁਣ ਥੋੜੀ ਨਾ ਆਉਂਦੇ ਆ। ਤੇ ਹੁਣ ਤੁਹਾਡੇ ਮਾਤਾ ਪਿਤਾ ਵੀ ਇੱਥੇ ਆਉਂਦੇ ਆ ਜੀ, ਇੱਥੇ ਨਾਲ ਕਦੇ? ਹਾਂਜੀ, ਆ ਜਾਂਦੇ ਆ, ਕਦੇ ਕਦੇ ਸਪੋਰਟ ਕਰਦੇ ਆ। ਤੇ ਬਾਕੀ ਫਿਰ ਇੰਨਾ ਘਰੋਂ ਦਾ ਪੇਰੈਂਟਸ ਦਾ ਤਾਂ ਇੰਨਾ ਬਾਹਰ ਨਿਕਲਣਾ ਔਖਾ, ਬਾਕੀ ਸਾਨੂੰ ਫੁੱਲ ਸਪੋਰਟ ਕਰਦੇ ਆ ਕਿ ਆਪਦਾ ਹੱਕ ਲੈ ਕੇ ਆਇਓ ਜਾਂ ਮਰ ਕੇ ਆਇਓ, ਕਿਉਂਕਿ ਪਿੰਡਾਂ ਵਿੱਚ ਇਹਨਾਂ ਨੇ ਸਾਡੀ ਇੰਨੀ ਕੁ ਬਦਨਾਮੀ ਕਰ ਰੱਖੀ ਆ। ਤੇ ਇੱਕ ਦਿਨ 'ਚ ਮੇਰੇ ਘਰੇ 3 ਵਾਰੀ ਪੁਲਿਸ ਮੁਲਾਜ਼ਮ ਗਏ ਆ ਕਿ ਆਪਦੀ ਕੁੜੀ ਨੂੰ ਧਰਨੇ ਤੋਂ ਬੁਲਾਓ, ਉਹ ਕੀ ਉੱਥੇ ਕਰ ਰਹੀ ਆ, ਉੱਥੇ ਘਰੇ। ਅਸੀਂ ਆਪਦਾ ਹੱਕ ਲੈਣ ਵਾਸਤੇ ਬੈਠੇ ਆ, ਪ੍ਰੋਟੈਸਟ ਕਰਨਾ ਸਾਡਾ ਹੱਕ ਆ, ਤੇ ਜਿੰਨਾ ਤੱਕ ਸਾਡਾ ਹੱਕ ਨਹੀਂ ਮਿਲਦਾ ਅਸੀਂ ਇੱਥੋਂ ਵਾਪਸ ਨਹੀਂ ਜਾਂਦੇ। ਕਿਹੜੇ ਪੁਲਿਸ ਮੁਲਾਜ਼ਮ ਗਏ ਸੀਗੇ ਜੀ ਉੱਥੇ? ਅਬੋਹਰ ਸਿਟੀ ਪੈਂਦੀ ਹੈ ਜੀ ਸਾਨੂੰ, ਤੇ ਉੱਥੋਂ ਗਏ ਸੀ ਅਬੋਹਰ ਸਿਟੀ ਤੋਂ। ਅੱਛਾ, ਹਾਂਜੀ। ਸੋ ਬਿਲਕੁਲ ਨਰਿੰਦਰ ਭਰਾਜ ਜੀ, ਇਹ ਤੁਹਾਡੇ ਹਲਕੇ ਦੇ ਵਿੱਚ ਆਏ ਹੋਏ ਨੇ, ਇਹਨਾਂ ਨੂੰ ਚਾਹ ਪਾਣੀ ਦਾ ਕੋਈ ਪ੍ਰਬੰਧ ਕਰ ਦਿਓ, ਕੋਈ ਕੀਤਾ ਹੋਇਆ ਵੈਸੇ? ਨਾ ਜੀ, ਕੋਈ ਪ੍ਰਬੰਧ ਨਹੀਂ। ਤੇ ਅਸੀਂ ਗੁਰਦੁਆਰੇ ਰੋਟੀ ਖਾਂਦੇ ਆ, ਤੇ ਕਈ ਵਾਰ ਆਪਦੇ ਕੋਲੋਂ ਜਿਵੇਂ ਵੀ ਐਡਜਸਟਮੈਂਟ ਹੁੰਦੀ ਆ, ਕਿੰਨੀ ਵੀ ਮੁਸ਼ਕਲ ਆਉਂਦੀ ਆ, ਅਸੀਂ ਖੁਦ ਕਰਦੇ ਆ। ਇੱਥੋਂ ਤੱਕ ਕਿ ਅਸੀਂ ਉੱਥੇ ਪੈਂਦੇ ਆ ਨਾ, ਸਾਡੇ ਉੱਤੋਂ ਦੀ ਸੱਪ ਵੀ 2 ਵਾਰੀ ਲੰਘ ਗਿਆ।
ਸੋ ਆਮ ਲੋਕਾਂ ਦੀ ਸਰਕਾਰ ਹੈ ਤਾਂ ਆਮ ਲੋਕਾਂ ਦੇ ਤੁਸੀਂ ਘਰਾਂ ਦੇ ਹੋ ਤਾਂ ਕਿਰਪਾ ਕਰਕੇ ਇਹਨਾਂ ਨੂੰ ਹਾਂ ਵੈਸੇ ਹੀ ਦੱਸ ਦਿਓ ਕਿ ਕਿੱਥੇ ਕਹਾਣੀ ਅੜੀ ਹੋਈ ਹੈ। ਤਾਂ ਕਿਰਪਾ ਕਰਕੇ ਬਹੁਤ ਦੇਰ ਤੋਂ ਲੱਗੇ ਹੋਏ ਨੇ ਔਰ ਹੁਣ ਵੀ ਧੁੱਪ ਦੇ ਵਿੱਚ ਬੈਠੇ ਨੇ। ਧੀਆਂ ਭੈਣਾਂ ਵਾਲੇ ਨੇ, ਉਹ ਭੈਣ ਇੱਕ ਵਿਚਾਰੀ ਡਿੱਗੀ, ਉਹ ਪਈ ਆ ਹੁਣ ਵੀ, ਦੇਖ ਸਕਦੇ ਹੋ ਤੁਸੀਂ ਸਕਰੀਨ ਦੇ ਉੱਤੇ। ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਆਮ ਲੋਕਾਂ ਦੇ ਕਹਿ ਕੇ ਆਏ ਹੋ, ਤੁਸੀਂ ਬਦਲਾਅ ਦੀ ਗੱਲ ਕਰਕੇ ਆਏ ਹੋ, ਤਾਂ ਬਦਲਾਅ ਦੀ ਗੱਲ ਦਿਖਣੀ ਚਾਹੀਦੀ ਹੈ। ਪੋਸਟਰਾਂ ਦੇ ਨਾਲ ਕੋਈ ਬਦਲਾਅ ਨਹੀਂ ਦਿਖਦਾ ਹੁੰਦਾ, ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਨਹੀਂ ਬਦਲਾਅ ਦਿਖਦਾ ਹੁੰਦਾ। ਲੋਕ ਤੇ ਧਰਤੀ ਤੇ ਬੈਠੇ ਨੇ, ਕਿਤੇ ਤੁਸੀਂ ਕਰ ਲੋਗੇ ਰੱਬ ਨੂੰ ਲੇਖਾ ਦੇਣਾ। ਇਸ ਕਰਕੇ ਪਰਮਾਤਮਾ ਤੋਂ ਡਰ ਕੇ ਇਹਨਾਂ ਲੋਕਾਂ ਦਾ ਜੇ ਹੱਲ ਹੁੰਦਾ ਹੈ ਜਾਂ ਜੋ ਵੀ ਗੱਲ ਹੈ ਇਹਨਾਂ ਨੂੰ ਸਹੀ ਦੱਸੀ ਜਾਵੇ। ਮਨਵਿੰਦਰ ਸਿੰਘ ਟਵਾਣਾ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।